30 ਅਗਸਤ 2022 ਭਾਰਤ ਦੇ 8 ਪਰਿਵਾਰਾਂ ਦੇ ਘਰ ਵਿੱਚ ਇੱਕਦਮ ਚਿੰਤਾ ਵਾਲਾ ਮਾਹੌਲ ਬਣ ਗਿਆ। ਕਾਰਨ ਭਾਰਤ ਤੋਂ 2555 ਕਿਲੋਮੀਟਰ ਦੂਰ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਇਨ੍ਹਾਂ ਪਰਿਵਾਰਾਂ ਦੇ ਪਰਿਵਾਰਕ ਸਦੱਸਿਆਂ ਦੇ ਨਾਲ ਸੰਪਰਕ ਟੁੱਟ ਜਾਣਾ ਸੀਗਾ। ਕਾਰਨ ਕੀ ਹੈ ਤੁਹਾਨੂੰ ਦੱਸਦੇ ਹਾਂ। ਪਰ 26 ਅਕਤੂਬਰ 2023 ਨੂੰ ਇਸ ਘਰ ਦੇ ਵਿੱਚ ਇਨ੍ਹਾਂ ਪਰਿਵਾਰਾਂ ਦੇ ਘਰ ਦੇ ਵਿੱਚ ਇੱਕਦਮ ਹੋਰ ਵੱਡੀ ਚਿੰਤਾ ਪੈਦਾ ਹੋ ਗਈ ਔਰ ਸਿਰਫ ਇਨ੍ਹਾਂ ਪਰਿਵਾਰਾਂ ਤੱਕ ਹੀ ਨਹੀਂ ਬਲਕਿ ਦੇਸ਼ ਦੇ ਲਈ ਇੱਕ ਚਿੰਤਾ ਦਾ ਮਾਹੌਲ ਬਣ ਗਿਆ ਕਿਉਂਕਿ ਉਹਨਾਂ 8 ਸਦੱਸਿਆਂ ਨੂੰ ਉਹਨਾਂ 8 ਮੈਂਬਰਾਂ ਨੂੰ ਕਤਰ ਦੀ ਇੱਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਦਰਅਸਲ ਕਤਰ ਦੀ ਇੱਕ ਕੰਪਨੀ ਅਲ ਦਾਰਾ ਗਲੋਬਲ ਟੈਕਨੋਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਨਾਮ ਦੀ ਕੰਪਨੀ ਹੈ ਜੋ ਡਿਫੈਂਸ ਸਰਵਿਸਿਜ਼ ਦੇ ਵਿੱਚ ਕੰਮ ਕਰਦੀ ਸੀਗੀ। ਇਸੇ ਕੰਪਨੀ ਦੇ ਵਿੱਚ 8 ਲੋਕ ਕੰਮ ਕਰਦੇ ਨੇ ਜਿਨ੍ਹਾਂ ਨੂੰ ਕਤਰ ਦੀ ਇੱਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਹ ਉਹ ਲੋਕ ਨੇ ਜਿਹੜੇ ਇਸ ਵੇਲੇ ਤਾਂ ਇੱਕ ਪ੍ਰਾਈਵੇਟ ਫਰਮ 'ਚ ਕੰਮ ਕਰ ਰਹੇ ਸੀਗੇ ਪਰ ਇਸ ਤੋਂ ਪਹਿਲਾਂ ਭਾਰਤ ਦੀ ਇੰਡੀਅਨ ਨੇਵੀ ਦੇ ਨਾਲ ਇਹ ਉੱਚ ਰੈਂਕ ਤੇ ਰਹਿੰਦੇ ਨੇ ਯਾਨੀ ਕਿ ਸਾਬਕਾ ਨੌ ਸੈਨਿਕ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੇ ਨਾਮ ਦੱਸਦੇ ਹਾਂ। ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕਮਾਂਡਰ ਪੁਰਨੇਂਦੂ ਤਿਵਾਰੀ, कैप्टन बीरेंद्र कुमार वर्मा, कमांडर सुगनाकर, कमांडर संजीव गुप्ता, कमांडर अमित नागपाल, सेलर रागेश। ਤਾਂ ਇਹ ਉਹ 8 ਲੋਕ ਨੇ ਜਿਨ੍ਹਾਂ ਨੂੰ ਕਤਰ ਦੀ ਇੱਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹਨਾਂ ਦਾ ਕਸੂਰ ਕੀ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੇ ਕੀ ਇਹੋ ਜਿਹਾ ਕਰਤਾ ਕਿ ਉਸ ਅਦਾਲਤ ਨੇ ਇਹਨਾਂ ਨੂੰ ਡੈਥ ਸੈਂਟੈਂਸ ਵਰਗੀ ਸਜ਼ਾ ਦੇਣਾ ਠੀਕ ਸਮਝਿਆ। ਇਹਦਾ ਜਵਾਬ ਹਜੇ ਤੱਕ ਇੰਡੀਅਨ ਗਵਰਨਮੈਂਟ ਦੇ ਕੋਲ ਵੀ ਨਹੀਂ ਹੈਗਾ। ਨਾ ਹੀ ਕਤਰ ਦੀ ਅਦਾਲਤ ਨਾ ਹੀ ਕਤਰ ਦੀ ਸਰਕਾਰ ਇਹ ਦੱਸ ਰਹੀ ਹੈ ਕਿ ਕਿਉਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਤਾਂ ਮੋٹے-ਮੋٹے ਰੂਪ ਤੇ ਇਹੀ ਧਾਰਨਾ ਬਣੀ ਹੋਈ ਹੈ ਕਿ ਇਹ ਜਸੂਸੀ ਕਰ ਰਹੇ ਸੀਗੇ ਕਤਰ ਦੇ ਖਿਲਾਫ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਸੀਗਾ ਪਹਿਲਾਂ ਇੰਡੀਅਨ ਨੇਵੀ ਦੇ ਵਿੱਚ ਸੀਗੇ ਔਰ ਜਿਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਸੀਗੇ ਉਹ ਕੰਪਨੀ ਉੱਥੇ ਦੀ ਨੇਵੀ ਦੇ ਜਿਹੜੇ ਸਟਾਫ ਸੀਗਾ ਉਹਨਾਂ ਨੂੰ ਟ੍ਰੇਨ ਕਰ ਰਿਹਾ ਸੀਗਾ ਯਾਨੀ ਕਿ ਕਤਰ ਦੀ ਨੇਵੀ ਦੇ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਟ੍ਰੇਨ ਕਰ ਰਹੀ ਸੀਗੀ ਇਹ ਕੰਪਨੀ ਔਰ ਉਸੇ ਕੰਪਨੀ ਦੇ ਇਹ 8 ਕਰਮਚਾਰੀ ਸੀਗੇ ਔਰ ਇਹਨਾਂ ਤੇ ਸ਼ੱਕ ਹੈ ਕਿ ਇਹ ਕਤਰ ਦੇ ਖਿਲਾਫ ਜਾਂ ਕਤਰ ਦੀ ਡਿਫੈਂਸ ਜਿਹੜੀਆਂ ਫੋਰਸਿਸ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚ ਜਾ ਕੇ ਜਸੂਸੀ ਕਰ ਰਹੇ ਸੀਗੇ ਜਿਸ ਦੇ ਚਲਦਿਆਂ ਇਹਨਾਂ ਨੂੰ 30 ਅਗਸਤ 2022 ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਕਿਵੇਂ ਹੁੰਦੀ ਹੈ? ਜਦੋਂ ਇੱਥੋਂ ਬੈਠੇ ਇਹਨਾਂ ਦੇ ਪਰਿਵਾਰਕ ਸਦੱਸੇ ਇਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕੰਟੈਕਟ ਨਹੀਂ ਹੁੰਦਾ ਤਾਂ ਪਤਾ ਲੱਗਦਾ ਹੈ ਕਿ 30 ਅਗਸਤ 2022 ਦੀ ਅੱਧੀ ਰਾਤ ਨੂੰ ਇਹਨਾਂ ਨੂੰ ਸਟੇਟ ਸਿਕਿਉਰਿਟੀ ਏਜੰਸੀ ਕਤਰ ਦੀ ਜਿੱਦਾਂ ਇੰਡੀਆ ਦੇ ਵਿੱਚ ਇੰਟੈਲੀਜੈਂਸ ਬਿਊਰੋ ਹੈ ਇਸੇ ਤਰ੍ਹਾਂ ਉਹਨਾਂ ਦੀ ਸਟੇਟ ਸਿਕਿਉਰਿਟੀ ਏਜੰਸੀ ਨੇ ਇਹਨਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਔਰ ਸੋਲਿਟਰੀ ਕਨਫਾਈਨਮੈਂਟ ਤੇ ਭੇਜ ਦਿੱਤਾ ਯਾਨੀ ਕਿ ਇੱਕ ਅਜਿਹੀ ਜੇਲ੍ਹ ਜਿੱਥੇ ਨਾ ਬਹੁਤ ਜ਼ਿਆਦਾ ਸੰਪਰਕ ਕਰ ਸਕਦੇ ਸੀਗੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੁੰਦੀ ਸੀਗੀ। ਇਕੱਲੇ ਇਹਨਾਂ ਨੂੰ ਰੱਖਿਆ ਗਿਆ। ਇਹਨਾਂ 8 ਲੋਕਾਂ ਨੂੰ ਨਾ ਕਿਸੇ ਨਾਲ ਸੰਪਰਕ ਕਰਨ ਦਿੱਤਾ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਨ ਦਿੱਤੀ ਔਰ ਪਰਿਵਾਰਕ ਮੈਂਬਰਾਂ ਨੂੰ ਵੀ ਥੋੜੇ ਟਾਈਮ ਬਾਅਦ ਪਤਾ ਲੱਗਾ ਔਰ ਇਹ ਹੈਰਾਨਗੀ ਰਹੀ ਪਰਿਵਾਰਕ ਮੈਂਬਰਾਂ ਦੇ ਲਈ ਵੀ ਕਿ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਕੀਤਾ ਕਿਉਂਕਿ ਇਹ ਤਾਂ ਉਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਸੀਗੇ ਜਿਸ ਕੰਪਨੀ ਨੂੰ ਇੰਡੀਆ ਦੇ ਵੱਲੋਂ ਵੀ ਬਾਰ-ਬਾਰ ਮਾਨਿਅਤਾ ਮਿਲੀ ਹੋਈ ਹੈ। ਇੰਡੀਆ ਦੇ ਵਿੱਚ ਵੀ ਉਹਦੀ ਤਾਰੀਫ ਹੋ ਰਹੀ ਸੀਗੀ ਭਾਰਤ ਸਰਕਾਰ ਵੀ ਤਾਰੀਫ ਕਰ ਰਹੀ ਸੀਗੀ ਔਰ ਕਤਰ ਦੇ ਵਿੱਚ ਵੀ ਇਹ ਕੰਮ ਕਰ ਰਹੇ ਸੀਗੇ। ਫਿਰ ਉਸੇ ਕੰਪਨੀ ਦੇ ਕਰਮਚਾਰੀਆਂ ਨੂੰ ਇੱਕੋ ਦਮ ਇੰਨੀ ਵੱਡੀ ਏਜੰਸੀ ਨੇ ਗ੍ਰਿਫਤਾਰ ਕਿਉਂ ਕਰ ਲਿਆ? ਤਾਂ ਇਹ ਤੁਹਾਨੂੰ ਮੈਂ ਜਿਹੜਾ ਮਸਲਾ ਦੱਸ ਰਿਹਾ ਜਾਂ ਘਟਨਾ ਦੱਸ ਰਿਹਾ 30 ਅਗਸਤ 2022 ਦੀ ਹੈ ਜਦੋਂ ਇਹਨਾਂ ਨੂੰ ਅੱਧੀ ਰਾਤ ਤੋਂ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਹੋਇਆ ਕੀ ਅੱਗੇ ਹੁਣ ਤੁਹਾਨੂੰ ਪਹਿਲਾਂ ਕੇਸ ਰਿਲੇਟਡ ਸਾਰਾ ਮੈਂ ਟਾਈਮਲਾਈਨ ਦੱਸਣਾ ਚਾਹਾਂਗਾ ਕਦੋਂ ਕੀ ਹੋਇਆ। 30 ਅਗਸਤ ਦੀ ਅਰੈਸਟ ਤੋਂ ਬਾਅਦ ਤਕਰੀਬਨ 1 ਮਹੀਨੇ ਦੇ ਬਾਅਦ ਅਕਤੂਬਰ 1 ਨੂੰ ਇਹਨਾਂ ਦੇ ਨਾਲ ਇੰਡੀਅਨ ਐਂਬੈਸਡਰ ਜੋ ਕਤਰ ਦੇ ਵਿੱਚ ਇੰਡੀਅਨ ਐਂਬੈਸਡਰ ਸੀਗੇ ਉਹ ਮੁਲਾਕਾਤ ਕਰਦੇ ਨੇ ਇਹਨਾਂ ਸਾਬਕਾ ਨੌ ਸੈਨਿਕਾਂ ਦੇ ਨਾਲ। ਫਿਰ ਉਸ ਤੋਂ ਬਾਅਦ 3 ਅਕਤੂਬਰ ਨੂੰ ਇਹਨਾਂ ਨੂੰ ਵਕੀਲ ਕਰਨ ਦੀ ਇਜਾਜ਼ਤ ਮਿਲਦੀ ਹੈ। ਤਾਂ ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ 1 ਮਹੀਨਾ ਪਹਿਲੇ ਇਹਨਾਂ ਨੂੰ ਸੋਲਿਟਰੀ ਕਨਫਾਈਨਮੈਂਟ ਤੇ ਭੇਜਿਆ ਗਿਆ ਅਰੈਸਟ ਕਰ ਲਿਆ ਗਿਆ ਇੱਕ ਇਹੋ ਜਿਹੀ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਕੋਈ ਸੰਪਰਕ ਨਹੀਂ ਕਰ ਸਕਦਾ ਸੀ। 1 ਮਹੀਨੇ ਬਾਅਦ ਇਹਨਾਂ ਨੂੰ ਇੰਡੀਅਨ ਐਂਬੈਸਡਰ ਮਿਲਦੇ ਨੇ। ਫਿਰ ਉਸ ਤੋਂ ਬਾਅਦ 3 ਅਕਤੂਬਰ ਨੂੰ ਇਹਨਾਂ ਨੂੰ ਵਕੀਲ ਕਰਨ ਦੀ ਇਜਾਜ਼ਤ ਮਿਲਦੀ ਹੈ। ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ। ਉਸ ਤੋਂ ਬਾਅਦ ਮਾਰਚ 1 ਨੂੰ 2023 ਨੂੰ ਇਹਨਾਂ ਦੀਆਂ ਬੇਲ ਰਿਜੈਕਟ ਕਰ ਦਿੱਤੀ ਜਾਂਦੀ ਹੈ। ਫਿਰ ਮਾਰਚ 25 ਨੂੰ ਇਹਨਾਂ ਉੱਤੇ ਚਾਰਜਿਸ ਫਰੇਮ ਕੀਤੇ ਜਾਂਦੇ ਨੇ ਯਾਨੀ ਕਿ ਆਰੋਪ ਲਗਾਏ ਜਾਂਦੇ ਨੇ। ਉਸ ਤੋਂ ਬਾਅਦ ਜਿਹੜੇ ਆਰੋਪ ਲਗਾਏ ਜਾਂਦੇ ਨੇ ਮਾਰਚ 29 ਤੋਂ ਇਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਚੱਲਦਾ। ਮਾਰਚ 30 ਨੂੰ ਜਿਹੜੀ ਕੰਪਨੀ ਦੇ ਵਿੱਚ ਇਹ ਕਰਮਚਾਰੀ
ਦੇ ਤੌਰ ਤੇ ਕੰਮ ਕਰ ਰਹੇ ਸੀਗੇ ਉਹ ਕੰਪਨੀ ਹੀ ਬੰਦ ਹੋ ਜਾਂਦੀ ਹੈ, ਜਿਹਦੇ ਵਿੱਚ ਜ਼ਿਆਦਾਤਰ ਇੰਡੀਅਨਸ ਕੰਮ ਕਰਦੇ ਨੇ ਔਰ ਜਿਹੜੇ ਬਾਕੀ ਕਰਮਚਾਰੀ ਹੁੰਦੇ ਨੇ ਉਹ ਵਾਪਸ ਆਪਣੇ ਘਰ ਪਰਤ ਜਾਂਦੇ ਨੇ। ਇਹਦੇ ਨਾਲ ਹੀ ਅਗਸਤ 4 ਨੂੰ ਅੱਗੇ ਜਾ ਕੇ ਇਹ ਜਿਹੜੀ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਰੱਖਿਆ ਗਿਆ ਸੀਗਾ, ਉੱਥੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ। ਤਾਂ ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ ਜਿਹੜੇ ਇਹ 8 ਨਾਮ ਮੈਂ ਤੁਹਾਨੂੰ ਦੱਸੇ, ਜਿਹੜੇ ਐਕਸ ਨੇਵੀ ਮੈਨ ਨੇ, ਪੂਰਵ ਸਾਬਕਾ ਨੌ ਸੈਨਿਕ ਨੇ, ਇਹਨਾਂ ਨੂੰ ਤਕਰੀਬਨ 1 ਸਾਲ ਦੇ ਬਾਅਦ ਸੋਲਿਟਰੀ ਜਿਹੜੀ ਕਨਫਾਈਨਮੈਂਟ ਸੀਗੀ ਉੱਥੋਂ ਕੱਢ ਕੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ। ਯਾਨੀ ਕਿ 1 ਸਾਲ ਇਹ ਇਹੋ ਜਿਹੀ ਜਗ੍ਹਾ ਦੇ ਵਿੱਚ ਰਹੇ ਜਿੱਥੇ ਇਹਨਾਂ ਨਾਲ ਬਹੁਤ ਜ਼ਿਆਦਾ ਕੋਈ ਸੰਪਰਕ ਨਹੀਂ ਕਰ ਸਕਦਾ ਸੀਗਾ। ਹਾਂ, ਇੰਨੀ ਸਹੂਲਤ ਦਿੱਤੀ ਗਈ ਸੀਗੀ ਕਿ ਹਫ਼ਤੇ ਦੇ ਵਿੱਚ ਇਹ ਇੱਕ ਵਾਰੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰ ਸਕਦੇ ਸੀਗੇ। ਤਾਂ ਉਸ ਤੋਂ ਬਾਅਦ ਅਗਸਤ 4 ਨੂੰ ਇਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ, ਜੋ ਜੇਲ੍ਹ ਮੈਨੂਅਲ ਹੁੰਦਾ, ਫਿਰ ਉਹਦੇ ਮੁਤਾਬਕ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ। ਅਕਤੂਬਰ 26 ਅਜਿਹਾ ਦਿਨ ਆਇਆ, ਅਜਿਹਾ ਕਾਲਾ ਦਿਨ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਦੇ ਲਈ ਵੀ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ, ਜਦੋਂ ਕੋਰਟ ਨੇ ਇਹਨਾਂ ਨੂੰ ਮੁਲਜ਼ਮ ਠਹਿਰਾਇਆ। ਇਹਨਾਂ ਦੇ ਜਿਹੜੇ ਦੋਸ਼ ਸੀਗੇ ਉਹਨੂੰ ਸਹੀ ਠਹਿਰਾਉਂਦੇ ਹੋਏ ਇਹਨਾਂ ਨੂੰ ਡੈਥ ਸੈਂਟੈਂਸ ਯਾਨੀ ਕਿ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ। ਤਾਂ ਭਾਰਤ ਦੇ ਨਾਗਰਿਕ ਜਾਂ ਭਾਰਤ ਦੀ ਨੌ ਸੈਨਾ ਦੇ ਵਿੱਚ ਕੰਮ ਕਰ ਚੁੱਕੇ ਇਹਨਾਂ ਅਫਸਰਾਂ ਦੇ ਖਿਲਾਫ ਜਦੋਂ ਡੈਥ ਸੈਂਟੈਂਸ ਕਤਰ ਨੇ ਸੁਣਾਤਾ, ਤਾਂ ਫਿਰ ਭਾਰਤ ਸਰਕਾਰ ਕੀ ਕਹਿ ਰਹੀ ਹੈ, ਇਹ ਹੁਣ ਤੁਹਾਡੇ ਸਾਹਮਣੇ ਮੈਂ ਭਾਰਤ ਸਰਕਾਰ ਦੀ ਸਟੇਟਮੈਂਟ ਰੱਖਿਆ, ਜਿਹਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਕਹਿ ਰਹੀ ਹੈ ਕਿ ਬੜਾ ਸ਼ੌਕ ਲੱਗਿਆ ਸਾਨੂੰ ਇਹ ਸੁਣ ਕੇ ਕਿ ਇਹਨਾਂ ਨੂੰ ਡੈਥ ਸੈਂਟੈਂਸ ਦੀ ਸਜ਼ਾ ਸੁਣਾਈ ਗਈ ਹੈ। ਅਸੀਂ ਲੀਗਲ ਆਸਪੈਕਟ ਦੇਖ ਰਹੇ ਹਾਂ ਕਿ ਭਾਰਤ ਸਰਕਾਰ ਲੀਗਲੀ ਕਿਵੇਂ ਇਸ ਫੈਸਲੇ ਨੂੰ ਚੁਣੌਤੀ ਦੇ ਸਕਦੀ ਹੈ ਔਰ ਕਿਵੇਂ, ਕਿਉਂਕਿ ਇਹ ਦੂਜਾ ਮੁਲਕ ਹੈ, ਦੂਜੇ ਮੁਲਕ ਦੇ ਨਾਲ ਗੱਲ ਕਰਕੇ ਕਿਵੇਂ ਇਹ ਲੋਕਾਂ ਦੀ ਮਦਦ ਕੀਤੀ ਜਾਵੇ ਜਾਂ ਇਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਮਾਫ ਕਰਾਈ ਜਾਵੇ, ਇਹਦੇ ਆਪਾਂ ਲੀਗਲ ਆਸਪੈਕਟ ਦੇਖ ਰਹੇ ਹਾਂ। ਇਹ ਭਾਰਤ ਸਰਕਾਰ ਦਾ ਕੱਲ ਯਾਨੀ ਕਿ 26 ਅਕਤੂਬਰ ਨੂੰ ਬਿਆਨ ਸਾਹਮਣੇ ਆਇਆ ਹੈ ਔਰ ਭਾਰਤ ਸਰਕਾਰ ਨੇ ਖੁਦ ਇਹ ਜਿਹੜੀ ਇਸ ਘਟਨਾ ਨੂੰ ਲੈ ਕੇ ਜਾਂ ਇਸ ਕੋਰਟ ਦੇ ਇਸ ਹੁਕਮ ਨੂੰ ਲੈ ਕੇ ਹੈਰਾਨਗੀ ਜਤਾਈ ਹੈ। ਵੱਡਾ ਸਵਾਲ ਇੱਥੇ ਇਹ ਵੀ ਹੈ ਕਿ ਕਿਉਂਕਿ ਅਗਸਤ 30 ਨੂੰ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, 1 ਅਕਤੂਬਰ ਨੂੰ ਇਹਨਾਂ ਨਾਲ ਇੰਡੀਅਨ ਐਂਬੈਸਡਰ ਵੀ ਮਿਲਦੇ ਨੇ, ਉਸ ਤੋਂ ਬਾਅਦ 26 ਅਕਤੂਬਰ 2023, ਇਹ ਮੈਂ ਗੱਲ 2022 ਦੀ 1 ਅਕਤੂਬਰ ਦੀ ਕਰ ਰਿਹਾ, 2023 ਦੇ ਅਕਤੂਬਰ ਦੇ ਵਿੱਚ ਜਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਤਾਂ ਉਸ ਸਮੇਂ ਦੇ ਵਿਚਕਾਰ ਭਾਰਤ ਸਰਕਾਰ ਦੇ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਇਸ ਨੂੰ ਲੈ ਕੇ ਵੀ ਭਾਰਤ ਸਰਕਾਰ ਨੂੰ ਕਈ ਵਿਰੋਧੀ ਧਿਰ ਜਿਹੜੇ ਨੇ ਉਹ ਇਹਨਾਂ ਤੇ ਸਵਾਲ ਚੱਕ ਰਹੇ ਨੇ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ, ਇਸ ਕੇਸ ਦੇ ਵਿੱਚ ਢਿੱਲ ਕਿਉਂ ਵਰਤੀ ਗਈ, ਕਿਉਂਕਿ ਹੁਣ ਜਿਹੜਾ ਹੁਕਮ ਫਾਂਸੀ ਦਾ ਸੁਣਾ ਦਿੱਤਾ ਗਿਆ ਹੈ ਇਹਨਾਂ 8 ਸਾਬਕਾ ਨੌ ਸੈਨਿਕਾਂ ਨੂੰ। ਹੁਣ ਵੱਡਾ ਸਵਾਲ ਇਹ ਹੈ ਕਿ ਭਾਰਤ ਤੇ ਕਤਰ ਦੇ ਵਿਚਕਾਰ ਰਿਸ਼ਤੇ ਕਿੱਦਾਂ ਦੇ ਨੇ। 2008 ਦੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹਿਲੀ ਵਾਰ ਬਤੌਰ ਭਾਰਤੀ ਪ੍ਰਧਾਨ ਮੰਤਰੀ ਕਤਰ ਦੇ ਵਿੱਚ ਜਾਂਦੇ ਨੇ। ਉਸ ਤੋਂ ਬਾਅਦ 2015 ਦੇ ਵਿੱਚ ਕਤਰ ਦੇ ਆਮਿਰ ਜਿਹੜੇ ਉੱਥੇ ਦੇ ਮੁਖੀ ਨੇ ਉਹ ਭਾਰਤ ਆਉਂਦੇ ਨੇ। 2016 ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਤਰ ਦੇ ਵਿੱਚ ਜਾਂਦੇ ਨੇ 3 ਵਾਰੀ। ਤੇ ਹੁਣ ਜਿਹੜੇ ਮੌਜੂਦਾ ਵਿਦੇਸ਼ ਮੰਤਰੀ ਨੇ ਉਹ ਐਸ ਜੈਸ਼ੰਕਰ ਉੱਥੇ ਕਤਰ ਜਾ ਕੇ ਆਏ ਨੇ। ਸੁਸ਼ਮਾ ਸਵਰਾਜ ਪਹਿਲੇ ਅਜਿਹੇ ਵਿਦੇਸ਼ ਮੰਤਰੀ ਸੀਗੇ ਜੋ ਭਾਰਤ ਦੇ ਵੱਲੋਂ ਕਤਰ ਦੇ ਵਿੱਚ ਗਏ ਨੇ। ਤਾਂ ਕਈ ਸਾਰੇ ਐਗਰੀਮੈਂਟਸ ਹੋਏ ਨੇ, ਕਈ ਵਾਰ ਜਿਸ ਤਰ੍ਹਾਂ ਡਿਫੈਂਸ ਰਿਲੇਟਿਡ ਇਹ ਕੇਸ ਬਣਿਆ ਤਾਂ ਕਈ ਵਾਰ ਕਤਰ ਔਰ ਭਾਰਤ ਦੇ ਵਿੱਚ ਮੌਕ ਡਰਿਲਸ ਵੀ ਹੋ ਚੁੱਕੀਆਂ ਨੇ। ਕਈ ਵਾਰ ਨੇਵੀ ਦੇ ਕੰਮ ਨੂੰ ਲੈ ਕੇ ਸਮੁੰਦਰ ਦੇ ਵਿੱਚ ਵੀ ਇਹ ਦੋਨਾਂ ਦੇਸ਼ਾਂ ਦੇ ਵੱਲੋਂ ਇਕੱਠੇ ਐਕਸਰਸਾਈਜ਼ ਕੀਤੀ ਗਈ। ਯਾਨੀ ਕਿ ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ ਰਿਸ਼ਤੇ ਤਾਂ ਵਧੀਆ ਨੇ, ਪਰ ਕਿਉਂਕਿ ਜਿਹੜਾ ਕਾਨੂੰਨ ਹੁਣ ਕਤਰ ਦਾ ਹੈ, ਕਤਰ ਦੀ ਅਦਾਲਤ ਨੇ ਹੁਕਮ ਸੁਣਾਇਆ ਤੇ ਉੱਥੇ ਇੰਡੀਆ ਦੇ ਕੋਲ ਬਹੁਤ ਜ਼ਿਆਦਾ ਉਹਨਾਂ ਦੇ ਹੱਥ ਦੇ ਵਿੱਚ ਪਾਵਰਾਂ ਨਹੀਂ ਰਹਿੰਦੀਆਂ ਕਿ ਉਸ ਦੇਸ਼ ਦੇ ਕਾਨੂੰਨ ਦੇ ਵਿੱਚ ਜਾ ਕੇ ਕੋਈ ਦਖਲਅੰਦਾਜ਼ੀ ਕਰ ਸਕੇ। ਇੰਟਰਨੈਸ਼ਨਲ ਜਸਟਿਸ ਜਿਹੜੀ ਕੋਰਟ ਹੁੰਦੀ ਹੈ, ਇੰਟਰਨੈਸ਼ਨਲ ਲਾਅ ਕੋਰਟ ਹੈ, ਉਹਦੇ ਵਿੱਚ ਜਾ ਕੇ ਭਾਰਤ ਦੇ ਕੋਲ ਬਹੁਤ ਸਾਰੇ ਜਿਹੜੇ ਰਸਤੇ ਹੋਣਗੇ, ਪਰ ਫਿਲਹਾਲ ਇਹ ਰਸਤੇ ਆਸਾਨ ਨਹੀਂ ਹੈਗੇ ਔਰ ਬੜਾ ਲੰਬਾ ਰਸਤਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ। ਜਿਹੜੀ ਕੰਪਨੀ ਨੂੰ ਲੈ ਕੇ, ਜਿਹੜੀ ਕੰਪਨੀ ਦਾ ਮੈਂ ਤੁਹਾਨੂੰ ਨਾਮ ਦੱਸਿਆ, ਅਲ ਦਾਹਰਾ ਗਲੋਬਲ ਟੈਕਨੋਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼, ਇਹਦੀ ਵੈਬਸਾਈਟ ਤੇ ਹੁਣ ਨਾਮ ਬਦਲ ਦਿੱਤਾ ਗਿਆ ਹੈ, ਦਾਹਰਾ ਗਲੋਬਲ ਨਾਮ ਰੱਖ ਦਿੱਤਾ ਗਿਆ ਖਾਲੀ। ਤਾਂ ਜਿਹੜੇ ਅਲ ਦਾਹਰਾ ਗਲੋਬਲ ਟੈਕਨੋਲੋਜੀ ਐਂਡ ਕੰਸਲਟੈਂਸੀ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਸੀਗੇ ਉਸ ਵੇਲੇ, ਉਹ ਸੀਗੇ ਪਰਮੇਂਦੂ ਤਿਵਾਰੀ, ਜਿਨ੍ਹਾਂ ਨੂੰ ਖੁਦ ਇਸ ਵੇਲੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਤਾਂ ਇਹ ਬਤੌਰ ਇੰਡੀਅਨ ਇਹ ਉੱਥੇ ਮੈਨੇਜਿੰਗ ਡਾਇਰੈਕਟਰ ਸੀਗੇ ਇਸ ਕੰਪਨੀ ਦੇ। ਇਹ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸ ਰਿਹਾ ਕਿਉਂਕਿ ਕੰਪਨੀ ਬੜੀ ਰੈਕਗਨਾਈਜ਼ਡ ਕੰਪਨੀ ਸੀਗੀ। ਭਾਰਤ ਦੇ ਵਿੱਚ ਇਸੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਪ੍ਰਵਾਸੀ ਸਨਮਾਨ ਅਵਾਰਡ ਵੀ ਦਿੱਤਾ ਗਿਆ। ਤਾਂ ਇੰਨੀ ਵੱਡੀ ਕੰਪਨੀ ਹੋਵੇ, ਇੰਨੀ ਵੱਡੀ ਕੰਪਨੀ ਦੇ ਅਹੁਦੇ ਤੇ ਇੰਡੀਅਨਸ ਬੈਠੇ ਹੋਣ, ਤਾਂ ਉਹਨਾਂ ਇੰਡੀਅਨਸ ਨੂੰ ਕਿਵੇਂ ਰਾਤੋਂ ਰਾਤ ਕਤਰ ਦੀ ਸਟੇਟ ਸਿਕਿਉਰਿਟੀ ਏਜੰਸੀ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਔਰ 1 ਸਾਲ ਦੇ ਅੰਦਰ ਅੰਦਰ ਫਾਂਸੀ ਦੀ ਸਜ਼ਾ ਸੁਣਾ ਦਿੰਦੀ ਹੈ।
ਤਾਂ ਇਹ ਦੇਸ਼ ਦੇ ਲਈ, ਇਹ ਨਾ ਸਿਰਫ ਪਰਿਵਾਰਾਂ ਦੇ ਲਈ ਨਹੀਂ, ਇਹ ਦੇਸ਼ ਦੇ ਲਈ ਇੱਕ ਬੜਾ ਵੱਡਾ ਇਸ਼ੂ ਹੁਣ ਬਣ ਗਿਆ ਹੈ। ਔਰ ਪਰਿਵਾਰਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਇਹ ਪ੍ਰਾਰਥਨਾ ਜ਼ਰੂਰ ਕਰਨੀ ਪਏਗੀ ਕਿ ਇਹਨਾਂ ਲੋਕਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਹੈ, ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮਾਫੀ ਮਿਲ ਜਾਏ।